ਮਤਲਬ ਉਹ ਬਾਰਡਰ ਤੋਂ ਪਾਣੀ ਹੁੰਦਾ ਵਿੱਚ ਉਦੋਂ ਜਦੋਂ ਅਸੀਂ ਗਏ ਨਾ ਉਦੋਂ ਤੇ ਬਰਫ਼ ਸੀ ਤੇ ਨਾਲੇ ਦੇ ਵਿੱਚ? ਹਾਂ ਬਰਫ਼ ਓਹੋ। ਜੰਮੀ ਸੀ। ਲੇਕਿਨ ਉਦੋਂ ਬਰਫ਼ ਵੀ ਇੰਨੀ ਨਹੀਂ ਸੀ ਹੈ, ਉਦੋਂ ਤੇ ਖੁਰ ਗਈ ਸੀ, ਪਾਣੀ ਅੱਗੇ ਨਿਕਲ ਜਾਂਦਾ ਸੀ ਤੇ ਮਤਲਬ ਨਾ ਇੰਨੀ ਬਰਫ਼ ਹੋਣੀ ਕੋਈ 2-3 ਫੁੱਟ। ਅੱਛਾ। ਤੇ ਉਹ ਬਾਰਡਰ ਤੋਂ ਪਿੱਛੇ ਸਾਨੂੰ ਉਹਨਾਂ ਨੇ ਜਦੋਂ ਲਾਇਆ ਨਾ ਤੇ ਸੇਫ ਵਿੱਚ ਉਹ ਲੈ ਗਏ ਨੇ ਉਹਨਾਂ ਦੇ ਏਜੰਟ ਜਿਹੜੇ ਨੇ। ਉਹਨੇ ਕੀ ਕੀਤਾ, ਕਹਿੰਦਾ ਤੁਸੀਂ ਰੈਸਟ ਕਰੋ ਤੇ ਰਾਤ ਨੂੰ ਨਾ 12 ਕੁ ਵਜੇ ਨਾਲ ਗੇਮ ਨਿਕਲੇਗੀ। ਅਸੀਂ ਉੱਥੇ ਆਪਣੇ ਸ਼ੂਜ਼ ਵਗੈਰਾ ਲਾਏ, ਰੈਸਟ ਰੁਸਟ ਕੀਤੀ, ਖਾਣਾ ਸ਼ਾਨਾ ਉਹਨਾਂ ਨੂੰ ਦਿੰਦੇ ਨੇ ਉੱਥੇ ਵੀ। ਅੱਛਾ। ਖੈਰ ਖਾਣੇ ਦੀ ਤਾਂ ਭੁੱਖ ਨਹੀਂ ਸੀ ਹੈ, ਉਂਝ ਪਾਣੀ ਵਗੈਰਾ ਪੀਤਾ, ਰੈਸਟ ਕੀਤੀ। ਰਾਤ ਨੂੰ 12 ਵਜੇ ਕਹਿੰਦੇ ਤੁਹਾਡੀ ਗੇਮ ਨਿਕਲਣੀ। ਮੇਰੇ ਦਿਮਾਗ ਵਿੱਚ ਇਹ ਸੀ ਸਾਰਿਆਂ ਤੋਂ ਅੱਗੇ ਅੱਗੇ ਰਹਿਣਾ, ਵੀ ਪਿੱਛੇ ਰਹਿ ਗਿਆ ਤੇ ਪਿੱਛੇ ਰਹਿ ਜਾਣਾ, ਅੱਗੇ ਅੱਗੇ ਰਹੇਗਾ ਤੇ ਚਲੋ ਨਾਲ ਰਲਿਆ ਰਹੇਗਾ। ਮੈਂ ਨਾ ਹੁਣ ਇੱਕ ਨਾਲ ਮੇਰੇ ਅਫਗਾਨੀ ਸੀ, ਉਹ ਸਾਡੇ ਏਜੰਟ ਨੇ ਨਾਲ ਭੇਜਿਆ ਸੀ, ਕਹਿੰਦਾ ਇਹਨੂੰ ਵੀ ਨਾਲ ਰੱਖਿਆ ਜੇ ਕਿਉਂਕਿ ਇਹ ਇਕੱਲਾ। ਮੈਂ ਕਿਹਾ ਚਲੋ ਨਾਲ ਤੁਰਿਆ ਰਹੇ। ਅੱਛਾ। ਉਹ ਜਦੋਂ ਬਾਰਡਰ ਕ੍ਰਾਸ ਕਰਨ ਲੱਗੇ ਤੇ ਇੰਝ ਨਾ ਥੋੜਾ ਜਿਹਾ ਉੱਤੇ ਜਿੱਥੇ ਉਹ ਫੌਜੀ ਨਹੀਂ ਹੁੰਦੇ ਗਸ਼ਤ ਕਰਨ ਦੇ ਹੁੰਦੇ ਨੇ, ਆਹੋ। ਉਹਦੇ ਕਰੀਬ ਹੀ ਟੁਰ ਗਏ ਆ ਤੇ ਮੈਨੂੰ ਨਹੀਂ ਪਤਾ, ਮੈਨੂੰ ਇਹ ਸੀ ਡੰਕਰ ਉੱਤੇ ਫਿਰਨ ਦਿਆ। ਤੇ ਮੈਂ ਜਿਸ ਤਰ੍ਹਾਂ ਹੀ ਇੰਝ ਨਜ਼ਦੀਕ ਹੋਇਆ ਵਾਂ, ਬਾਮ ਮੇਰੇ ਪਿੱਛੇ ਵੀ ਸੀ, ਹੋਰ ਵੀ ਲੋਕ ਸਨ, ਲੇਕਿਨ ਮੈਂ ਵੀ ਸਾਂ ਅੱਗੇ ਫਰੰਟ ਤੇ। ਹਾਂ। ਤੇ ਉਹਨਾਂ ਨੇ ਜਦੋਂ ਮੈਂ ਉੱਤੇ ਗਿਆ ਨਾ ਫੌਜੀ ਦਾ ਧਿਆਨ ਪਿਆ, ਉਹ ਦੌੜਿਆ ਮੇਰੇ ਵੱਲ ਨੂੰ ਗਨ ਲੈ ਕੇ। ਮੈਂ ਉਂਝ ਹੀ ਪਿੱਛੇ ਨੂੰ ਮੈਂ ਨਹੀਂ ਵੇਖਿਆ ਡਿੱਗਣ ਦਿਆਂ, ਕੁਛ ਅੱਛਾ। ਬਰਫ਼ ਦੇ ਵਿੱਚ ਪਤਾ ਪੈਰ ਕੱਚੀ ਬਰਫ਼ ਦੇ ਪੈਰ ਖੁੱਬਦਾ ਤੇ ਬੰਦਾ ਇੰਝ ਜਾਂਦਾ ਰਿੜਦਾ ਹੀ। ਹਾਂ ਬਿਲਕੁਲ ਬਿਲਕੁਲ। ਡਿੱਗਾ ਮੇਰੇ ਸਗੋਂ ਇੱਥੇ ਮੱਥੇ ਤੇ ਆਈ ਤੇ ਸੱਟ ਵੀ ਲੱਗੀ ਸੀ। ਅੱਛਾ। ਤੇ ਲੋਕ ਮਾਰਨ ਚੀਕਾਂ, ਅਫਗਾਨੀ ਫੈਮਲੀਆਂ ਸਨ ਓਏ ਹੋਏ ਹੋਏ। ਬਹੁਤ, ਵਾਮ ਰੋਵੇ ਤੇ ਚੀਕਾਂ ਮਾਰੇ ਤੇ ਉਹ ਵੀ ਅੱਗੋਂ ਰੌਲਾ ਪਾਉਣ। ਖੈਰ ਉਦੋਂ ਤੇ ਬਚ ਗਏ, ਵਾਪਸ ਆ ਗਏ। ਵਿੱਚੋਂ ਕੋਈ 30% ਲੋਕ ਕਹਿਣ ਅਸਾਂ ਨਹੀਂ ਬਾਰਡਰ ਕ੍ਰਾਸ ਕਰਨਾ, ਅਸੀਂ ਵਾਪਸ ਘਰ ਹੀ ਜਾਣਾ, ਅਸੀਂ ਨਹੀਂ ਅੱਗੇ ਜਾਣਾ। ਤੇ ਮਤਲਬ ਨਾ ਅਸੀਂ ਕੋਈ 70% ਲੋਕ ਜਿਹੜੇ ਉੱਥੇ ਰਹਿ ਗਏ, ਉਹ ਕਹਿ ਨਹੀਂ ਅਸੀਂ ਬਾਰਡਰ ਕ੍ਰਾਸ ਕਰਨਾ ਹੀ ਕਰਨਾ। ਉਹ ਵੀ ਕਹਿੰਦੇ ਬਹਿ ਜਾਓ ਤੁਸੀਂ, ਦੂਸਰੀ ਦਫਾ ਟਰਾਈ ਕਰਾਂਗੇ ਫਿਰ ਬਾਰਡਰ ਕ੍ਰਾਸ ਕਰਾ ਦਿਆਂਗੇ। ਅੱਛਾ। ਫਿਰ ਨਾ ਅਸੀਂ ਸੌ ਗਏ ਹਾਂ, ਮਤਲਬ ਉੱਥੋਂ ਬਾਰਡਰ ਤੋਂ ਕੋਈ 10-15 ਮਿੰਟ ਪਿੱਛੇ ਨੂੰ ਆਓ ਨਾ ਤੇ ਉੱਥੇ ਹੀ ਉਹਨਾਂ ਨੇ ਉਹ ਆਪਣੀ ਰਿਹਾਇਸ਼ਾਂ ਰੱਖੀਆਂ ਹੁੰਦੀਆਂ ਹੂੰ। ਈਰਾਨ ਦੀ ਹਦੂਦ ਵਿੱਚ। ਤੇ ਉਹ ਨਾ 3 ਵਜੇ ਫਿਰ ਉਹਨਾਂ ਉਠਾ ਲਿਆ, ਉਹਨਾਂ ਕਿਹਾ ਚਲੋ ਜੀ। ਫਿਰ ਬੂਟ ਸ਼ੂਟ ਵਗੈਰਾ ਉਹ ਪਾਏ, ਨਿਕਲੇ ਅਸੀਂ। ਤੇ ਫਿਰ ਜਦੋਂ ਬਾਰਡਰ ਕ੍ਰਾਸ ਕਰਨ ਲੱਗੇ, ਉਹਨਾਂ ਸੀਟੀ ਮਾਰੀ, ਕੁੱਤੇ ਆ ਗਏ। ਕੁੱਤੇ ਜਦੋਂ ਆਏ ਨੇ ਤੇ ਉਹਨਾਂ ਨੇ ਘੇਰ ਲਿਆ, ਵਾਮ ਦੌੜੀ ਵੀ, ਅੱਛਾ 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 ਅੱਛਾ। ਦੌੜੀ ਉੱਥੋਂ ਫਿਰ ਉਹ ਬਰਫਾਨੀ ਕੁੱਤੇ। ਮੈਂ ਸ਼ਾਇਦ ਤੁਸੀਂ ਕੁੱਤਿਆਂ ਨਾਲ ਡੈਂਕੀ ਅੱਗੇ ਲਾਣੀ ਸੀ। ਕੁੱਤਿਆਂ ਨਾਲ ਹੀ, ਉਹ ਫੌਜੀਆਂ ਨੇ, ਕੁੱਤੇ ਫੌਜੀਆਂ ਦੇ ਸੀ। ਕੁੱਤੇ ਫੌਜੀਆਂ ਦੇ ਹਨ, ਫੌਜੀਆਂ ਦੇ ਕੁੱਤੇ ਸਨ। ਅੱਛਾ ਅੱਛਾ ਨਹੀਂ ਅੱਛਾ। ਕੁੱਤਿਆਂ ਦੇ ਫੌਜੀ ਸਨ ਉਹ। ਹਾਂ ਹਾਂ। ਕੁੱਤਿਆਂ ਦੇ ਫੌਜੀ ਕਿ ਫੌਜੀਆਂ ਦੇ ਕੁੱਤੇ? ਫੌਜੀ ਕੁੱਤੇ ਸਨ। ਆਹੋ ਉਹ ਹੀ ਸਨ। ਤੇ ਉਹ ਨਾ ਉਹਨਾਂ ਨੇ ਵਾਪਸ ਮਤਲਬ ਘੇਰ ਲਿਆ ਸਾਨੂੰ ਸਾਰਿਆਂ ਨੂੰ, ਪਿੱਛੋਂ ਕੋਈ ਅੱਧੇ ਦੇ ਨੱਸ ਵੀ ਗਏ, ਮੈਂ ਵੀ ਨੱਸ ਗਿਆ, ਦੌੜ ਗਿਆ। ਅੱਛਾ। ਤੇ ਜਿਹੜੀਆਂ ਫੈਮਲੀਆਂ ਫੂਮਲੀਆਂ ਸਨ ਉਹ ਫਿਰ ਵਿੱਚ ਫਸ ਗਈਆਂ। ਇੱਕ ਨਾ ਕੁੱਤਿਆਂ ਦੇ? ਆਹੋ ਘੇਰ ਲਿਆ ਨਾ ਉਹਨਾਂ ਨੇ। ਅੱਛਾ। ਇੱਕ ਫੈਮਲੀ ਸੀ, ਉਹ ਔਰਤ ਸੀ ਤੇ ਉਹਦੇ 6 ਮਹੀਨੇ ਦਾ ਬੱਚਾ ਸੀ ਉਹਨਾਂ ਕੋਲ, ਤੇ ਉਹਦਾ ਬੰਦਾ ਸੀ ਉਹ ਨਾਲ। ਅੱਛਾ। ਇੱਕ 6 ਮਹੀਨੇ ਦਾ ਬੱਚਾ ਦੀ ਉਹ ਔਰਤ ਤੇ ਉਹਦਾ ਖਾਵੰਦ। ਉਹ ਵਿਚਾਰੇ ਨਾ ਉਹ ਬੱਚੇ ਦੀ ਵਜ੍ਹਾ ਤੋਂ ਔਰਤ ਥੋੜੀ ਹੌਲੀ ਤੁਰਦੀ ਸੀ, ਉਹ ਹਾਂ। ਫਸ ਗਏ, ਉਹਨਾਂ ਫੜ ਲਿਆ। ਉਹਨਾਂ ਉਹ ਬੱਚੇ ਨੂੰ ਤੇ ਉਹ ਔਰਤ ਨੂੰ ਕੁਛ ਨੀ ਕਿਹਾ, ਉਹਨਾਂ ਦੇ ਉਹ ਬੰਦੇ ਨੂੰ ਕੁੱਟਣ ਲੱਗ ਗਏ। ਹਾਫਾ ਜੀ ਅੱਛਾ ਜੀ। ਹੱਸਣ ਵਾਲਾ ਇਹ ਕੰਮ ਨੀ, ਉੱਤੇ ਉਹਨਾਂ ਹਰਾਮਦਿਆਂ ਨੇ ਮਾਰ ਮਾਰ ਕੇ ਨਾ ਮੂੰਹ ਦੇ ਉੱਤੇ। ਤੁਰਕਿਆਂ ਨੇ? ਤੁਰਕੇ ਪਤਾ ਨੀ, ਉਹ ਇਰਾਨੀ ਸਨ ਸ਼ਾਇਦ, ਅੱਛਾ ਅੱਛਾ। ਜਾਂ ਤੁਰਕੇ ਸਨ, ਵੱਲਾ ਆਲਮ ਪਤਾ ਨੀ। ਹਾਂ। ਕਿਉਂਕਿ ਬਾਰਡਰ ਸੀ, ਸਾਨੂੰ ਕਿਹੜਾ ਪਤਾ ਸੀ, ਅੱਗੇ ਜਾਂਦੇ ਹੁੰਦੇ ਨਹੀਂ ਸੀ ਕਦੀ। ਉਹਨਾਂ ਨੇ ਮਾਰ ਮਾਰ ਕੇ ਨਾ ਉਹਦਾ ਮੂੰਹ ਸਾਰਾ ਸਜਾਇਆ ਤੇ ਆਇਆ ਵਾਪਸ। ਤੇ ਉਹ ਜਿਹੜੀ ਉਹਦੀ ਬੀਵੀ ਸੀ ਨਾ, ਉਹ ਰੋਵੇ ਤੇ ਨਾਲੇ ਉਹ ਕਹਿੰਦੀ ਤੈਨੂੰ ਮੈਂ ਮਨਾ ਕਰਦੀ ਸਾਂ ਕਿ ਨਹੀਂ ਅਸੀਂ ਡੰਕੀ ਲਾਣੀ ਹੈ, ਗਲਤ ਰਸਤਾ ਹੈ। ਤੇ ਉਹ ਬਥੇਰੀਆਂ ਤਸੱਲੀਆਂ ਤੇ ਕਾਫੀ ਸਮਝਾਏ, ਲੇਕਿਨ ਉਹ ਫਿਰ ਵਾਪਸ ਟੁਰ ਗਏ, ਉਹ ਨੀ ਡੰਕੀ ਨੀ ਉਹਨਾਂ ਲਾਈ, ਵਾਪਸ ਆ ਗਏ ਸਨ। ਅੱਛਾ। ਬਾਅਦ ਵਿੱਚ ਫਿਰ ਅੱਧੇ ਲੋਕ ਜਿਹੜੇ ਉਹ ਕਹਿਣ ਅਸਾਂ ਵਾਪਸ ਜਾਣਾ, ਅੱਧੇ ਕਹਿਣ ਅਸੀਂ ਅੱਗੇ ਜਾਣਾ। ਫਿਰ ਉਹਨਾਂ ਕਿਹਾ ਸੋ ਜਾਓ ਤੁਸੀਂ, ਸੁਬਾਹ ਨੂੰ ਜਿਹਨੇ ਜਾਣਾ ਹੈ ਨਾ ਨਿਕਲ ਜਾਏ। ਸੁਬਾਹ 6 ਵਜੇ ਨੇ, ਸਾਫ਼ ਸੂਰਜ ਨਿਕਲਿਆ, ਵੈਸੇ ਬਰਫ਼ ਵੀ ਪਈ ਸੀ ਤੇ ਸੂਰਜ ਵੀ ਨਿਕਲਿਆ, ਤੇ ਕਹਿੰਦਾ ਡੰਕੀ ਹੁਣ ਤੁਹਾਡੀ ਗੇਮ ਖਿਡਵਾਉਣੀ। ਅੱਛਾ। ਅਸੀਂ ਫਿਰ ਤੁਰਕੀ ਦੇ ਬਾਰਡਰ ਤੇ ਹੀ? ਹਾਂ
ਚੋਲ ਵਗੈਰਾ ਪਾਏ, ਨਿਕਲੇ ਅਸੀਂ ਦੌੜੇ। ਉਦੋਂ ਪਤਾ ਨਹੀਂ ਅੱਲਾ ਨੇ ਸਾਡੀ ਕਿਸਮਤ ਕੰਮ ਕਰ ਦਿੱਤੀ ਸੀ। ਉਹ ਫੌਜ ਜਿਹੜੀ ਉੱਤੇ ਆਰਮੀ ਸੀ ਉਹਨਾਂ ਦੀ, ਉਹ ਸੁੱਤੀ ਸੀ ਬੱਲੇ ਬੱਲੇ। ਤੇ ਅਸੀਂ ਫਜਰ ਟਾਈਮ? ਹਾਂ 6 ਵਜੇ ਸਾਨੂੰ ਉਦੋਂ ਫਜਰ ਅੱਛਾ ਹੋ ਗਈ ਸੀ। ਅੱਛਾ ਅੱਛਾ। ਅਸੀਂ ਦੌੜੇ ਤੇ ਇੰਨਾ ਕੁਛ ਸੀ, ਕੋਈ ਮੈਂ ਕਹਿੰਦਾ 3-4 ਪੈਲੀਆਂ ਉਹਨਾਂ ਤੋਂ ਦੂਰ ਅਗਾ ਨਿਕਲ ਗਏ ਸਾਂ ਤੇ ਪਿੱਛੋਂ ਉਹਨਾਂ ਨੂੰ ਪਤਾ ਲੱਗਾ ਵੀ ਆਮ ਨਿਕਲਦੀ ਵੀ ਬਾਰਡਰਾਂ ਤੋਂ ਨਸਣ ਦੇ ਜੀ। ਫਿਰ ਉਹਨਾਂ ਹਵਾਈ ਫਾਇਰਿੰਗ ਕੀਤੀ, ਹਵਾਈ ਫਾਇਰਿੰਗ ਕੀਤੀ ਤੇ ਕਹਿਣ ਰੁਕ ਜਾਓ ਰੁਕ ਜਾਓ। ਅਸੀਂ ਕਹਿੰਦੇ ਨਹੀਂ ਹੁਣ ਤੇ ਨਹੀਂ ਰੁਕ। ਉਹ ਨਹੀਂ ਰੁਕਦੇ। ਹਾਂ ਬਥੇਰਾ ਡਿੱਗੇ ਵੀ, ਨੱਸੇ ਵੀ, ਭੱਜੇ, ਨੱਸ ਨੁੱਸ ਗਏ ਵਿੱਚੋਂ। ਉਹ ਕਈ ਦਫਾ ਉਹ ਸਿੱਧੇ ਵੀ ਮਾਰਨ ਲੱਗ ਗਏ ਫਿਰ। ਅੱਛਾ ਜੀ। ਹਾਂ ਇੱਕ ਬੰਗਾਲੀ ਸੀ ਉਹਦੇ ਲੱਤ ਤੇ ਲੱਗਾ ਸੀ, ਲੇਕਿਨ ਉਹ ਖੈਰ ਉਹਨੂੰ ਨਾਲ ਜਿਹੜੇ ਉਹਦੇ ਗਏ ਸਨ ਉਹ ਸਪੋਰਟ ਕਰਕੇ ਲੈ ਗਏ ਸਨ। ਹਾਂਜੀ ਫਿਰ ਅਸੀਂ ਬਾਰਡਰ ਕ੍ਰਾਸ ਕਰ ਗਏ ਹਾਂ ਤੇ ਅੱਗੋਂ ਜਾ ਕੇ ਫਿਰ ਕੋਈ 8-10 ਘੰਟੇ ਉੱਥੇ ਕਿਸੇ ਪਹਾੜੀ ਦੇ ਵਿੱਚ ਲੁਕ ਕੇ ਬੈਠੇ ਰਹੇ। ਫਿਰ ਉਹਨਾਂ ਨੇ ਰਾਬਤਾ ਕੀਤਾ ਏਜੰਟਾਂ ਨੇ ਕਿ ਕਿੱਥੇ ਮੇਰੇ ਬੰਦੇ ਬੈਠੇ ਨੇ, ਉੱਥੋਂ ਉਹਨਾਂ ਨੂੰ ਜਾ ਕੇ ਚੁੱਕੋ। ਉਹ ਵਿੱਚ ਇੱਕ ਜਿਹੜੇ ਅਫਗਾਨੀ ਨੇ ਨਾ, ਉਹਨਾਂ ਨੂੰ ਸਿਮ ਦਿੱਤੀ ਹੁੰਦੀ ਇੰਟਰਨੈਸ਼ਨਲ, ਉਹਨਾਂ ਦਾ ਰਾਬਤਾ ਹੁੰਦਾ ਅੱਛਾ। ਕਿ ਉਹ ਦੱਸਦੇ ਨੇ ਲੋਕੇਸ਼ਨ ਆਪਣੀ ਕਿੱਥੇ ਅਸੀਂ ਬੈਠੇ ਜਾਂ ਕੀ ਹਿਸਾਬ ਕਿਤਾਬ ਹੈ ਇਸ ਤਰ੍ਹਾਂ। ਕਿਉਂਕਿ ਉੱਥੇ ਵੀ ਚੋਰ ਹੁੰਦੇ ਨੇ, ਤੈਨੂੰ ਪਤਾ, ਉਹ ਬਿਲਕੁਲ ਘੁਰਦੇ ਹੁੰਦੇ ਨੇ। ਉਹ ਜੇ ਫੜ ਲੈਣ ਤੇ ਉਹ ਘਰਦਿਆਂ ਕੋਲੋਂ ਪੈਸੇ ਮੰਗਾਉਂਦੇ ਨੇ। ਪਿਛਲੇ ਦਿਨਾਂ 'ਚ ਵੀ ਉਹਨਾਂ ਨੇ 4-5 ਮੁੰਡੇ ਜਿਹੜੇ ਨੇ ਕੁਰਦੇ ਫੜੇ ਨੇ। ਕੁਰਦਿਆਂ ਨੇ ਪਾਕਿਸਤਾਨੀ ਮੁੰਡੇ ਫੜੇ ਨੇ ਤੇ ਉਹਨਾਂ ਦੇ ਹਾਂ ਜਿਹੜੇ ਅਗਵਾ ਕਰ ਲੈਂਦੇ ਨੇ। ਹਾਂ ਬਿਲਕੁਲ ਉਹੀ ਬਿਲਕੁਲ। ਉਹੀ ਅੱਛਾ ਅੱਛਾ। ਉੱਥੇ ਆ ਖਤਰਾ ਬਹੁਤ ਹੁੰਦਾ। ਉੱਥੇ ਪਹੁੰਚੇ ਤੇ ਉੱਥੋਂ ਫਿਰ ਸਾਨੂੰ ਇੱਕ ਉਹ ਪਤਾ ਉਹ ਫਰਗੋਨਾ ਟੈਪ ਹਾਂ ਹਾਂ ਹਾਂ। ਉਹ ਗੱਡੀ ਦੇ ਵਿੱਚ ਉਹਨਾਂ ਉਹ ਬੰਦ ਗੱਡੀ 'ਚ ਪਾਇਆ ਰਾਤ ਨੂੰ। ਫਿਰ ਉਹ ਚਲਾ ਲਈ ਫਰਗੋਨੇ ਨੂੰ ਬੰਦ ਗੱਡੀ 'ਚ ਪਾਇਆ? ਮਤਲਬ ਸਾਨੂੰ ਉਹਦੇ ਅੱਛਾ ਵਿੱਚ ਸਵਾਰੀਆਂ ਉਹਦੇ ਵਿੱਚ ਜਿੰਨੇ ਵੀ ਹਾਂ ਮੁਸਾਫਰ ਸੀ ਉਹਦੇ ਕੋਈ 'ਚ? ਤਕਰੀਬਨ 60 ਜਿਹੜਾ ਜਾਂ ਪਾਕਿਸਤਾਨ ਹਾਈ ਰੂਫ ਤੇ ਹੋਟਾ ਹੁੰਦਾ ਹੈ। ਹਾਂ ਬਿਲਕੁਲ। ਅੱਛਾ ਅੱਛਾ। 60 ਜਾਂ 65 ਅਸੀਂ ਹੋਣੇ ਆ ਲੋਕ ਜਿਨ੍ਹਾਂ ਨੂੰ ਉਹਦੇ ਵਿੱਚ ਰੱਖਿਆ। ਉਹ ਤੇ ਅੱਛਾ ਮੇਰੇ ਜੀ। ਖਿਆਲ ਜ਼ਿਆਦਾ ਤੋਂ ਜ਼ਿਆਦਾ 22 ਸੀਟਰ ਹੁੰਦੀ ਉਹ ਹਾਂ ਤੇ, ਬਿਲਕੁਲ। ਲੇਕਿਨ ਉਹਦੇ ਵਿੱਚ ਸੀਟਾਂ ਨਹੀਂ ਸਾਨੂੰ ਖੁੱਲੇ ਵਿੱਚ ਵਾੜ ਦਿੱਤੇ, ਲੇਕਿਨ ਉਹ ਸਾਹ ਘਟਿੰਦਾ ਸੀ। ਅੱਛਾ ਨਾਲ ਚ ਕੋਈ ਸ਼ੀਸ਼ਾ ਨਾ ਹੀ ਕੋਈ, ਮਤਲਬ ਜਿੱਥੇ ਇੱਕ ਨਾ ਬੰਦਾ ਖਲੋ ਗਿਆ ਖਲੋ ਹੀ ਗਿਆ। ਬਸ ਉੱਥੇ ਹੀ ਮੇਰਾ ਆਪਣਾ ਤੇ ਬੀਪੀ ਲੋ ਹੋ ਗਿਆ ਤੇ ਮੈਂ ਘਬਰਾ ਗਿਆ ਵਿੱਚ ਸਾਨੂੰ। ਹਬਸ ਤੇ ਪਸੀਨਾ ਹੋ ਜਾਂਦਾ ਹਾਂ ਹੋਣਾ ਕਿਉਂਕਿ ਬਹੁਤ ਬੰਦ ਹੁੰਦਾ ਹੈ ਸਾਰਾ। ਹੂੰ ਅੱਛਾ ਅੱਛਾ ਮੈਨੂੰ ਵੀ ਉਹ ਯਾਦ ਆ ਗਿਆ। ਬਿਲਕੁਲ ਮੈਂ ਵੀ ਉਹਦੇ 'ਚ ਬੈਠਾ। ਕੁਛ ਨਾ ਮੈਂ ਖਾ ਲਿਆ ਸੀ ਪਿਸਤਾ। ਉਹ ਅੱਗ ਲੱਗ ਨਾ ਗਈ ਅੰਦਰ? ਪਿਸਤਾ ਉਹ ਗਰਮ ਸੀ ਤੇ ਸਰਦੀ ਸੀ ਕੁਛ ਉਦੋਂ, ਓਏ ਹੋਏ ਤੇ ਹੋਏ। ਸਾਰੇ ਕਹਿਣ ਵੀ ਥੋੜਾ ਥੋੜਾ ਖਾ ਲੈਨੇ ਆ ਜਰਾ ਕੋ ਐਨਰਜੀ ਜਿਸਮ ਰਵੇ ਦੀ। ਉਹ ਪਿਸਤਾ ਖਾ ਲਿਆ। ਸਾਨੂੰ ਕੀ ਪਤਾ ਸੀ ਅੱਗੋਂ ਬੰਦ ਗੱਡੀ 'ਚ ਰਹਿਣਾ। ਉਹ ਗਰਮੀ ਦੇ ਨਾਲ ਨਾ ਸਾਹ ਵੀ ਘਟੀ ਪਿਆ, ਅੱਛਾ ਅੱਛਾ। ਆਕਸੀਜਨ ਜਦੋਂ ਨਹੀਂ ਸੀ ਪਿਸਤੇ ਦਾ? ਮਿਲਣੀ। ਆਹੋ ਪਿਸਤੇ ਦਾ ਸਾਹ ਘੁੱਟਿਆ ਗਿਆ ਤੇ ਆਕਸੀਜਨ ਨਹੀਂ ਜਦੋਂ ਮਿਲਣੀ ਤੇ ਫਿਰ ਬਿਲਕੁਲ ਇਸ ਤਰ੍ਹਾਂ ਹੀ ਗੱਲ। ਅੱਛਾ। ਉਹ ਫਿਰ ਬੀਪੀ ਵਗੈਰਾ ਯਾਰ ਲੋ ਕਮਿੰਡੇ ਹੋਇਆ। ਗਾਲਾਂ ਨਾ ਕੱਢਿਆ ਜੇ ਬੰਦੇ ਦੇ ਪੁੱਤਰ ਪੜਿਆ ਮੈਂ ਤੇ ਆਖਿਆ ਬਈ। ਅੱਛਾ ਨਹੀਂ ਨਹੀਂ ਗਾਲਾਂ ਕੱਢੋ ਕੋਈ ਨਹੀਂ, ਆਪਣੇ ਉਹ ਆਪਣੇ ਗਿਰਬਾਨ ਚ ਵੇਖ ਕੇ ਫਿਰ ਕੱਢਣ ਦੇ। ਅੱਛਾ। ਤੇ ਮਤਲਬ ਉੱਥੋਂ ਫਿਰ ਸਾਡਾ ਸਫ਼ਰ ਸ਼ੁਰੂ ਹੋ ਗਿਆ। ਤਕਰੀਬਨ 10 ਤੋਂ 12 ਘੰਟੇ ਅਸੀਂ ਚੱਲੇ ਹੋਣੇ ਤੇ ਅੱਗੋਂ ਜਾ ਕੇ ਉਹਨਾਂ ਨੇ ਪਤਾ ਜਿੱਥੇ ਫਿਰ ਪੇਮੈਂਟਾਂ ਲੱਗਦੀਆਂ ਹੁੰਦੀਆਂ ਬਿਲਕੁਲ। ਉੱਥੇ ਉਹਨਾਂ ਨੇ ਸਾਨੂੰ ਰੱਖਿਆ ਜਾ ਕੇ। ਹਾਂ ਹਾਂ। ਉੱਥੋਂ ਫਿਰ ਉਹਨਾਂ ਫੋਨ ਕਰਵਾਏ ਕਾਲਾਂ ਘਰਾਂ 'ਚ ਵੀ ਆਪਣੇ ਘਰਦਿਆਂ ਨੂੰ ਕਹੋ ਸਾਡੀਆਂ ਪੇਮੈਂਟਾਂ ਲਵਾਓ। ਅੱਛਾ। ਫਿਰ ਉੱਥੋਂ ਘਰ ਫੋਨ ਕੀਤਾ ਵੀ ਅਸੀਂ ਤੁਰਕੀ ਪਹੁੰਚ ਗਏ, ਇਹਨਾਂ ਨੂੰ ਪੇਮੈਂਟਾਂ ਦੇ ਦੇਵੋ। ਹਾਂ ਹਾਂ। ਉਹਨਾਂ ਫਿਰ ਪੇਮੈਂਟਾਂ ਤੁਰਕੀ ਦਿੱਤੀਆਂ। ਦੀ ਫੌਜ ਨੇ ਤੁਹਾਨੂੰ ਨਹੀਂ ਫੜਿਆ ਜਦੋਂ ਤੁਸੀਂ ਸ਼ਹਿਰ 'ਚ ਪਹੁੰਚੇ ਜਾਂ ਪੇਮੈਂਟਾਂ ਨਹੀਂ ਵਾਸਤੇ ਨਹੀਂ ਜਾਂ ਉਹ ਬਹੁਤ ਅੱਛੇ ਲੋਕ ਸਨ। ਪੇਮੈਂਟਾਂ ਵਾਲੇ? ਜਿੱਥੇ ਪੇਮੈਂਟਾਂ ਹੁੰਦੀਆਂ ਨਾ ਆਹੋ। ਉੱਥੇ ਜ਼ਰਾ ਹੁੰਦੀ ਸਖਤੀ, ਉਹ ਮਤਲਬ ਨਾ ਫੜਨ ਤੁਸੀਂ ਫੁੜਨ। ਵਾਨ ਸ਼ਹਿਰ 'ਚ ਪਹੁੰਚੇ, ਮਾਕੋ ਪਹੁੰਚੇ, ਇਗਦਰ ਪਹੁੰਚੇ ਜਾਂ ਅਸੀਂ ਨਾ ਵਾਨ ਸ਼ਹਿਰ ਨਹੀਂ, ਉਹ ਨਾ ਨਵਾਂ ਦੋਗੋ ਹੀ ਹੈ, ਬਿਆਸ? ਦੋਗੋ ਬਿਆਜ ਵੀ ਨਹੀਂ। ਉਹ ਇੱਕ ਹੋਰ ਤਤਵਾਨ? ਤਤਵਾਂ ਤੇ ਬਹੁਤ ਅੱਗੇ ਵੇ ਨਾ। ਉਹ ਅੱਛਾ ਬਾਰਡਰ ਦੇ ਕਰੀਬ ਕਰੀਬ ਹੀ ਨੇ ਉਹ ਜਿਹੜੇ ਜਿੱਥੇ ਉਹ ਪੇਮੈਂਟਾਂ ਲਵਾਉਂਦੇ ਨੇ। ਅੱਛਾ ਮੇਰੇ ਹੁਣ ਨਾਮ ਨਹੀਂ ਜ਼ੇਨ ਚ ਆਉਂਦਿਆ। ਉੱਥੇ ਉਹਨਾਂ ਨੇ ਪੇਮੈਂਟਾਂ ਲਵਾਈਆਂ। ਅੱਛਾ। ਉੱਥੋਂ ਫਿਰ ਸਾਨੂੰ ਉਹਨਾਂ ਨੇ ਸ਼ਿਫਟ ਕਰਕੇ ਗੱਡੀ ਵਿੱਚ ਕੋਈ ਘੰਟਾ ਚਲਾ ਕੇ ਉਹਨਾਂ ਬਾਹਰ ਜਾ ਕੇ ਛੱਡ ਦਿੱਤਾ। ਅੱਛਾ ਅੱਛਾ ਫਿਰ ਅੱਛਾ। ਉੱਥੋਂ ਪੈਦਲ ਉਹ ਪਤਾ ਪਹਾੜੀਆਂ ਨੇ 5-6 ਇਕੱਠੀਆਂ ਇੰਜ ਇੱਕ ਕ੍ਰਾਸ ਕਰੋ ਦੂਜੀ ਕ੍ਰਾਸ ਕਰੋ ਇੰਜ 5-6 ਪਹਾੜੀਆਂ। ਕਹਿੰਦੇ ਨੇ ਇੱਕ ਪਹਾੜੀ ਕ੍ਰਾਸ ਕਰਕੇ ਤੇ ਅੱਗੇ ਜਾ ਕੇ ਗੱਡੀ ਹੋਣੀ ਉੱਥੇ ਜਾ ਕੇ ਮਤਲਬ ਉਹ ਬਿਠਾ ਲੈਣਗੇ। ਉਹ ਅਸੀਂ ਇੱਕ ਪਹਾੜੀ ਕ੍ਰਾਸ ਕਰੀਏ ਅੱਗੋਂ ਦੂਸਰੀ ਫੇਰ ਸ਼ੁਰੂ ਹੋ ਜੇ। ਉਹ ਇੰਜ ਨਾ ਹਾਂ 6 ਹਾਂ। ਪਹਾੜੀਆਂ ਕੋਈ ਅਸੀਂ ਕ੍ਰਾਸ ਕੀਤੀ। ਮਤਲਬ ਕਿ ਉਦੋਂ ਸਾਡੀ ਬੱਸ ਹੋ ਗਈ ਸੀ। ਓਏ ਹੋਏ। ਫਿਰ ਮਤਲਬ ਨਾ ਸਾਰੀ ਰਾਤ ਮਤਲਬ ਜ਼ਿੰਦਗੀ ਨੂੰ ਸੌਖਿਆ ਕਰਨ ਵਾਸਤੇ ਤੁਸੀਂ ਏਡੇ ਔਖੇ ਕਦਮ ਪੱਟੇ। ਹਾਂਜੀ ਬਹੁਤ ਮੁਸ਼ਕਲ ਸੀ। ਫਿਰ ਅਸੀਂ ਉਹ ਮਤਲਬ ਨਾ ਸਾਰੀ ਰਾਤ ਸਫ਼ਰ ਕੀਤਾ। ਅਗਲਾ ਦਿਨ ਫਿਰ ਅਸੀਂ ਸਾਰਾ ਦਿਨ ਲੋਕੀ ਉੱਥੇ ਬੈਠੇ ਰਹੇ।
ਸਮੁੰਦਰ ਦੇ ਕਿਨਾਰੇ ਨਾ ਸਾਈਡ ਤੇ ਹੁੰਦੇ ਨੇ ਜਗ੍ਹਾ, ਜਿਸ ਤਰ੍ਹਾਂ ਨੀ ਟੋਏ ਵਗੈਰਾ ਜੇ, ਅੱਛਾ ਅੱਛਾ ਉਸ ਤਰ੍ਹਾਂ ਦੇ ਵਿੱਚ ਜਾ ਕੇ ਤੇ ਬੈਠੇ ਰਹੇ ਸਾਰਾ ਦਿਨ। ਫਿਰ ਕੋਈ ਦੁਪਹਿਰ 1-2 ਵਜੇ ਨਾਲ ਨਾ ਇੱਕ ਆਇਆ, ਉਹ ਏਜੰਟ ਦਾ ਬੰਦਾ ਹੀ ਸੀ ਕੋਈ, ਉਹਨੇ ਸਾਨੂੰ ਦਿੱਤੀਆਂ ਸੋਮੀਆਂ, ਪਤਾ ਤੁਰਕੀ ਉਹ ਵਿੱਚ ਲੰਮੀਆਂ, ਸੋਮੀਆਂ, ਬਿਲਕੁਲ ਬਿਲਕੁਲ, ਉਹ ਸੋਮੀਆਂ ਕੱਟ ਕੱਟ ਕੇ ਥੋੜੀ ਬੰਦ ਥੋੜੀ, ਜਿਹੜੇ ਹੁੰਦੇ ਨੇ ਹਾਂ, ਪਾਕਿਸਤਾਨ ਨੂੰ ਬੰਦ ਆਉਂਦੇ ਨੇ, ਉਹ ਦਿੱਤੇ ਨਾਲ ਖੀਰੇ ਤੇ ਬੰਦ ਟਮਾਟਰ ਖੋਲ ਕੇ ਵਗੈਰਾ, ਦਿੱਤੇ ਉਹਨੇ। ਟਮਾਟਰ ਤੇ ਖੀਰਾ ਵਗੈਰਾ ਦਿੰਦੇ ਸਨ ਨਾਲ ਖਾਣ ਵਾਸਤੇ। ਅੱਛਾ, ਉਹ ਮਤਲਬ ਨਾ ਖਾਦਾ, ਕੋਈ ਪੇਟ 'ਚ ਹੌਸਲਾ ਹੋਇਆ। ਹੌਸਲਾ ਹੋਇਆ, ਕਿਉਂਕਿ ਭੁੱਖ ਲੱਗੀ ਸੀ ਬਹੁਤ ਜ਼ਿਆਦਾ, ਅੱਛਾ, ਕਿੰਨੇ ਦਿਨ 2-3 ਦਿਨ ਤੇ ਖਾਣਾ ਹੀ ਸੀ ਖਾਦਾ। ਬਿਲਕੁਲ। ਉਹ ਨਾ ਫਿਰ ਉਹਨਾਂ ਨੇ ਰਾਤ ਨੂੰ ਕਹਿੰਦੇ ਨੇ ਤੁਹਾਨੂੰ ਗੱਡੀ ਆ ਜਾਏਗੀ, ਗੱਡੀ 'ਚ ਬਹਿ ਕੇ ਟੁਰ ਜਾਓ ਜੀ। ਲੇਕਿਨ ਗੱਡੀ ਕੋਈ ਨਹੀਂ ਆਈ, ਅਸੀਂ ਪਿਛਲੇ ਟਾਈਮ ਨਾਲ ਨਾ 3-4 ਵਜੇ ਨਾਲ ਅਸੀਂ ਪੈਦਲ ਹੀ ਟੁਰ ਪਏ, ਪੈਦਲ, ਇਸਤੰਬੁਲ ਵਾਲੇ ਪਾਸੇ। ਆਹੋ ਪੈਦਲ ਟੁਰਨਾ ਸ਼ੁਰੂ ਹੋ ਗਏ ਹਾਂ। ਅਸੀਂ ਪਹੁੰਚਣਾ ਸੀ ਜਿਹੜਾ ਨਹੀਂ ਤਤਵਾਨ ਤਤਵਾਨ ਟਰਮੀਨਲ। ਟਰਮੀਨਲ, ਉਹ ਜਿੱਥੇ ਮਸਜਿਦ ਹੈ, ਉੱਥੇ ਅਸੀਂ ਪਹੁੰਚਣਾ ਸੀ। ਅਸੀਂ ਪੈਦਲ ਹੀ ਟੁਰ ਪਏ। ਅੱਛਾ, ਤੁਰਕੀ ਚ? ਹਾਂ, ਤੇ ਟੁਰਦੇ ਟੁਰਦੇ ਕਾਫੀ ਨਾ ਅਸੀਂ ਅੱਗੇ ਨਿਕਲ ਗਏ ਹਾਂ। ਕੋਈ ਫੌਜ ਪੁਲਿਸ ਨਹੀਂ ਤੁਹਾਨੂੰ ਰਾਹ ਚ ਵੇਖਿਆ, ਜਾਂ ਲੋਕਾਂ ਆਖਿਆ ਵੀ ਕਿਤੇ ਜਾਂਦੇ ਪਏ? ਉਹਨਾਂ ਦਿਨਾਂ ਵਿੱਚ ਤੁਰਕੀ ਵਾਲੇ ਜਿਹੜੇ ਨਾ, ਇੱਕ ਜੰਤਰਮਾਨ ਜਿਹੜੀ, ਉਹ ਸਿਰਫ ਉਹਨਾਂ ਤੋਂ ਖਤਰਾ ਹੁੰਦਾ ਸੀ, ਦੂਸਰੀ ਲੋਕਲ ਪੁਲਿਸ ਨਹੀਂ ਸੀ ਕੁਛ ਕਹਿੰਦੀ। ਜੰਤਰ ਮੰਤਰ ਕੀ ਹੁੰਦਾ ਸੀ? ਜੰਤਰਮਾਨ ਉਹਨਾਂ ਦੀ ਇੱਕ, ਜਿਸ ਤਰ੍ਹਾਂ ਸਮਝ ਲਓ ਸਾਡੇ ਕੋਲ ਰੇਂਜਰ ਹੈ, ਅੱਛਾ ਇਸ ਅੱਛਾ ਤਰ੍ਹਾਂ ਅੱਛਾ ਉਹਨਾਂ ਅੱਛਾ ਦੀ ਜੰਤਰਮਾਨ। ਅੱਛਾ ਤੇ ਅਸੀਂ ਨਾ ਉੱਥੋਂ ਕਾਫੀ ਕੋਈ 5-6 ਘੰਟੇ ਸਫ਼ਰ ਕਰ ਲਿਆ। ਸ਼ਾਮ ਕੋ ਟਾਈਮ ਨਾਲ ਨਾ ਗੱਡੀ ਆਈ, ਤੇ ਉਹ ਸਾਨੂੰ ਫਿਰ ਉਹਨਾਂ ਨੇ ਬਿਠਾਇਆ, ਤੇ ਉਹ ਆਪਣੀ ਆਈਡੀਆਂ ਦੱਸੀ ਦੀਆਂ ਕਿ ਅਸੀਂ ਇਸ ਨਾਂ ਦੇ ਬੰਦੇ ਆ ਤੇ ਇਸ ਏਜੰਟ ਦੇ। ਉਹ ਫਿਰ ਲੈ ਕੇ ਗਏ ਨੇ, ਜਾ ਕੇ ਅੱਛਾ ਉਹਨਾਂ ਸਾਨੂੰ ਟਰਮੀਨਲ ਤੇ ਉਤਾਰਿਆ। ਉੱਥੋਂ ਉਹਨਾਂ ਸਾਨੂੰ ਟਿਕਟਾਂ ਲੈ ਕੇ ਦਿੱਤੀਆਂ ਬੱਸਾਂ ਦੀਆਂ, ਉੱਥੋਂ ਫਿਰ ਬੱਸਾਂ 'ਚ ਬੈਠੇ ਆ। ਫਿਰ ਅੱਗੇ ਜਾਣਾ ਸੀ ਦਿਆਰਬਕਰ। ਦਿਆਰਬਕਰ ਵੀ ਪਤਾ ਕਿ ਟਰਮੀਨਲ ਹੈ ਹਾਂ ਬਿਲਕੁਲ, ਵੱਡਾ ਬੱਸਾਂ ਵਾਲਾ। ਦਿਆਰਬਕਰ ਆਟੋਗਰ। ਹਾਂ, ਦਿਆਰਬਕਰ ਹੀ ਹੈ, ਜਿੱਥੇ ਉਹ ਕੱਪੜੇ ਵਗੈਰਾ ਵੀ, ਤੇ ਬੜਾ ਵੱਡਾ ਟਰਮੀਨਲ ਹੈ ਅੰਦਰ ਹਾਂਜੀ ਉਹਦੇ। ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਉੱਥੇ ਲੈ ਕੇ ਗਏ, ਮਤਲਬ ਉੱਥੇ ਨਹੀਂ ਲੈ ਕੇ, ਪਿੱਛੇ ਹੀ ਕੋਈ 50 ਕਿਲੋਮੀਟਰ ਪਿੱਛੇ ਹੀ ਉਹਨਾਂ ਸਾਨੂੰ ਬੱਸ ਤੋਂ ਉਤਾਰ ਦਿੱਤਾ। ਤੇ ਉੱਥੋਂ ਫਿਰ ਅਸੀਂ ਪੈਦਲ ਟੁਰ ਟੁਰ ਕੇ, ਪੈਰਾਂ ਵਿੱਚ ਛਾਲੇ, ਤੇ ਬੜਾ ਬੁਰਾ ਹਾਲ, ਤੇ ਬਹੁਤ ਮੁਸ਼ਕਲ ਸੀ। ਅੱਛਾ। ਸ਼ੂਜ਼ ਅਸੀਂ ਲਾ ਕੇ ਹੱਥ 'ਚ ਫੜ ਲਏ, ਫਿਰ ਪੈਦਲ ਟੁਰਨਾ, ਛਾਲੇ ਪਏ ਹੋਣੇ, ਤੇ ਕਦੀ ਬਹਿ ਜਾਣਾ, ਕਦੀ ਇੰਝ ਹੀ, ਮਤਲਬ ਨਾ ਉੱਥੇ ਕਿਸੇ ਵੀ ਤਰੀਕੇ ਦਿਆਰਬਕਰ ਅਸੀਂ ਪਹੁੰਚੇ। ਪਰ ਅੱਜ ਹੀ ਸੁਣਾਣਾ ਲੱਗਾ। ਅੱਛਾ, ਬਸ ਦਿਆਰਬਕਰ ਇਸਤੰਬੁਲ ਪਹੁੰਚ ਲਿਆ ਨਾ? ਦਿਆਰਬਕਰ ਅਸੀਂ ਪਹੁੰਚ ਗਏ ਹਾਂ। ਉੱਥੇ ਮਤਲਬ ਖਾਣਾ ਸ਼ਾਨਾ ਖਾਧਾ, ਘਰੋਂ ਪੈਸੇ ਮੰਗਵਾਏ ਨੇ। ਉੱਥੇ ਉਹ ਹੁੰਦੇ ਨੇ ਐਕਸਚੇਂਜ ਸਿਸਟਮ। ਆਹੋ, ਲੀਰਿਆਂ ਚ ਕਨਵਰਟ ਕਰ ਦਿੰਦੇ। ਔਰ ਪਰ ਜਦੋਂ ਤੁਸੀਂ ਤੁਰਕੀ ਵੜੇ, ਤੁਹਾਨੂੰ ਕੀ ਫੀਲ ਹੋਇਆ ਜਦੋਂ ਤੁਸੀਂ ਉੱਥੇ ਤੇ ਤੁਰਕੀ ਦੀਆਂ ਸੜਕਾਂ ਤੇ ਖੱਜਲ ਹੋ ਰਹੇ ਹੋ, ਚਸ ਲੈ ਰਹੇ? ਮਤਲਬ ਉੱਥੇ ਤੇ ਇੱਕ ਡਰ ਹੁੰਦਾ ਨਾ, ਵੀ ਫੜੇ ਨਾ ਜਾਈਏ। ਅੱਛਾ ਅੱਛਾ ਅਸਲ ਮਜ਼ਾ ਆਉਂਦਾ ਜਦੋਂ ਅੱਗੇ ਰਿਹਾਇਸ਼ਾਂ ਵਿੱਚ ਪਹੁੰਚ ਜਾਈਏ ਨਾ, ਅੱਛਾ, ਉਦੋਂ ਮਜ਼ਾ ਆਉਂਦਾ। ਤਾਂ ਤੁਸੀਂ ਦਿਆਰਬਕਰ ਹਲੇ ਪਹੁੰਚੇ ਸੀ? ਦਿਆਰਬਕਰ ਹਜੇ ਪਹੁੰਚੇ ਸਾਂ, ਤੇ ਉੱਥੋਂ ਫਿਰ ਅਸੀਂ ਨਾ, ਮਤਲਬ ਨਾ ਕੋਈ 5-6 ਘੰਟੇ ਜਾਂ 10 ਘੰਟੇ ਅਸੀਂ ਉੱਥੇ ਰਹੇ ਹੋਵਾਂਗੇ। ਕੋਈ ਅੱਛਾ। ਟੋਰ ਸ਼ਰਟਾਂ ਵਗੈਰਾ ਲਈਆਂ, ਰੋਟੀ ਖਾਧੀ, ਹਾਂ। ਘਰੋਂ ਪੈਸੇ ਮੰਗਵਾਏ, ਅੱਛਾ। ਤੇ ਇਸ ਤਰ੍ਹਾਂ ਹੀ ਨਾ ਉਹ, ਮਤਲਬ ਸ਼ਾਮ ਪੈ ਗਈ, ਹਾਂ। ਤੇ ਸ਼ਾਮ ਨੂੰ ਅਸੀਂ ਉੱਥੋਂ ਫਿਰ ਬੱਸਾਂ ਦੀਆਂ ਸਾਨੂੰ ਟਿਕਟਾਂ ਮਿਲੀਆਂ ਨੇ। ਅੱਛਾ। ਉਹ ਉਹਨਾਂ ਦੇ ਏਜੰਟ ਬੰਦੇ ਉੱਥੇ ਹੀ ਫਿਰਦੇ ਹੁੰਦੇ ਨੇ, ਉਹਨਾਂ ਨੇ ਸਾਨੂੰ ਟਿਕਟਾਂ ਲੈ ਕੇ ਤੇ ਉਹਦੇ ਵਿੱਚ ਬਿਠਾਇਆ ਬੱਸਾਂ ਦੇ। ਬੱਸ ਨਹੀਂ ਸੱਚੀ, ਉਹ ਨਾ ਇੱਕ ਟਰਾਲੀ ਟਾਈਪ ਜੀ ਉਹਨਾਂ ਬਣਾਈ ਹੁੰਦੀ, ਜਿਸ ਤਰ੍ਹਾਂ ਰੇਹੜੀ ਨਹੀਂ ਹੁੰਦੀ, ਅੱਛਾ ਅੱਛਾ। ਫਰਗੋਨਿਆਂ ਦੇ ਪਿੱਛੇ ਰੇਹੜੀ ਇੱਕ ਪਾ ਕੇ, ਹਾਂ। ਉਹ ਟਿਓਟੇ ਦੇ ਪਿੱਛੇ ਉਹਨਾਂ ਨੇ ਡਬਲ ਉਹ ਗੱਡੀ ਜੀ ਬਣਾਈ ਸੀ, ਮਾਲ ਗੱਡੀ ਟਾਈਪ। ਅੱਛਾ। ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਸ਼ਿਫਟ ਕੀਤਾ, ਤੇ ਅਸੀਂ ਜਾ ਰਹੇ ਹਾਂ ਇਸਤੰਬੁਲ ਵਾਲੀ ਸਾਈਡ। ਅੰਕਰੇ ਤੋਂ ਕੋਈ 45 ਕਿਲੋਮੀਟਰ ਪਿੱਛੇ ਰਹਿ ਗਏ ਸਾਂ ਅਸੀਂ। ਤੇ ਉੱਥੇ ਨਾ ਇੱਕ ਟੁੱਟਾ ਜਿਹਾ ਸਾਈਡ ਤੇ ਨਾ, ਸੜਕ ਤੋਂ ਸਾਈਡ ਤੇ ਟੁੱਟਾ ਜਿਹਾ ਪੰਪ ਸੀ, ਪੈਟਰੋਲ ਪੰਪ। ਅੱਛਾ। ਤੇ ਉਹਦੇ ਕੋਲ ਜਾ ਕੇ ਨਾ ਖਲੋਤੇ, ਉੱਥੇ ਜੰਤਰਮਾਨ, ਮਤਲਬ ਡਬਲ ਰੋਡ ਸੀ, ਤੇ ਇੱਕ ਰੋਡ ਤੇ ਅਸੀਂ ਜਾਂਦੇ, ਦੂਸਰੇ ਰੋਡ ਤੇ ਉਹ ਜੰਤਰਮਾਨ ਆਉਂਦੀ ਸੀ। ਉਹ ਨਾ ਡਰਾਈਵਰ ਡਰ ਗਿਆ, ਉਹਨੂੰ ਇਹ ਸੀ ਜਿਨ੍ਹਾਂ ਨੇ ਮਤਲਬ ਆ ਕੇ ਤਲਾਸ਼ੀ ਲੈ ਲਈ ਤੇ ਮੈਂ ਫਸ ਜਾਣਾ। ਅੱਛਾ। ਉਹਨੇ ਪੰਪ ਵੱਲ ਨੂੰ ਗੱਡੀਆਂ ਵਾੜ ਦਿੱਤੀਆਂ, ਤੇ ਉੱਥੇ ਜਾ ਖਿਲਾਰ ਕੇ ਨਾ, ਤੇ ਸਾਰਿਆਂ ਨੂੰ ਕਹਿੰਦਾ ਤੁਸੀਂ ਨਾ ਭੱਜ ਕੇ ਅੰਦਰ ਕਮਰਿਆਂ 'ਚ ਵੜ ਜਾਓ। ਹੁਣ ਉਹ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਹੈ ਜੰਤਰਮਾਨ। ਜਦੋਂ ਉਹਨਾਂ ਨੇ ਉਹ ਵਾਮ ਨਿਕਲ ਕੇ ਭੱਜ ਕੇ ਅੰਦਰ ਵੜਨ ਦੀ ਨਾ ਪੰਪ 'ਚ, ਕਮਰਿਆਂ ਵਿੱਚ, ਉਦੋਂ ਹੀ ਉਹਨਾਂ ਨੂੰ ਵੀ ਸ਼ੱਕ ਹੋ ਗਿਆ। ਉਹ
ਉਹ ਪੁਲਿਸ ਵਾਲੇ ਜਿਹੜੇ ਨੂੰ ਘੁਮਾ ਕੇ ਇੱਧਰ ਨੂੰ ਆ ਗਏ। ਅੱਛਾ। ਅਫਗਾਨੀ ਜਿਹੜੇ ਨੇ ਦੌੜਨ ਤੇ ਅਸੀਂ ਉੱਥੇ ਰਹਿ ਗਏ 5-7 ਮੁੰਡੇ ਤੇ ਮੈਂ ਉਹਨਾਂ ਨੂੰ ਆਖਾਂ ਅਸੀਂ ਦੌੜੀਏ, ਅਸੀਂ ਇਹ ਨਾ ਹੋਵੇ ਇਕੱਲੇ ਕਾਬੂ ਆ ਜਾਈਏ। ਇਕੱਲੇ ਕਾਬੂ ਆ ਜੇ ਉਹਨਾਂ ਦੇ ਕਾਬੂ ਆ ਜਾਂਦੇ ਉਹਨਾਂ ਨੂੰ ਡਿਪੋਰਟ ਹੀ ਕਰਨਾ ਸੀ, ਅੱਛਾ। ਕਿਉਂਕਿ ਉਹ ਕਰਦੇ ਇੰਜ ਹੀ ਸਨ। ਅਸੀਂ ਉੱਥੋਂ ਫਿਰ ਦੌੜੇ ਆ, ਸਾਡੇ ਪਿੱਛੇ 2 ਜਣੇ ਲੱਗ ਗਏ ਨੇ ਪੁਲਿਸ ਵਾਲੇ। ਜੈਂਦਰਮਾ। ਹਾਂ, ਜੰਤਰਮਾਨ। ਅੱਛਾ। ਉੱਥੋਂ ਅਸੀਂ ਦੌੜੇ ਆ, ਉੱਤੋਂ ਬਾਰਿਸ਼ ਪੈਣ ਦੀ ਨਾਲ ਹੀ ਬਰਫ਼ ਹੌਲੀ ਹੌਲੀ ਪੈਣੀ ਸ਼ੁਰੂ ਹੋ ਗਈ। ਉੱਤੋਂ ਬਾਰਿਸ਼ ਥੱਲੇ ਜੈਂਦਰਮਾ। ਹਾਂ, ਤੇ ਉਹ ਅਸੀਂ ਦੌੜੇ ਆ। ਅੱਛਾ। ਦੌੜੇ ਆ ਅਸੀਂ ਤੇ ਇੱਕ ਨਾ ਨਾਲ ਹੀ ਪਹਾੜੀ ਟੈਪ ਸੀ, ਉਹਦੇ ਉਧਰ ਨੂੰ ਅਸੀਂ ਦੌੜ ਗਏ ਆ। 7 ਜਣੇ ਹੋਣੇ ਆ ਅਸੀਂ, ਕੋਈ ਗੁੱਜਰਾਂ ਵਾਲੇ ਸਨ, ਕੋਈ ਨਸ਼ਹਿਰੇ ਦੇ, ਅੱਛਾ, ਇਸ ਤਰ੍ਹਾਂ ਪਠਾਨ ਸਾਰੇ ਨੱਸ ਗਏ। ਪਠਾਨ ਗਾਇਬ ਹੋ ਗਏ। ਉੱਥੇ ਤੁਹਾਨੂੰ ਪਤਾ ਹਰ ਨਵੇਂ ਪੁਆਇੰਟ ਤੇ ਨਵੇਂ ਲੋਕ ਮਿਲਦੇ ਨੇ। ਅਸੀਂ ਸਿਰਫ ਉੱਥੇ 7 ਰਹਿ ਗਏ। ਦੌੜ ਕੇ ਕੋਈ 4-5 ਘੰਟੇ ਦੌੜਦੇ ਰਹੇ। ਇੱਕ ਨਾ ਮੋਬਾਈਲ ਇਸ ਸਨ ਤੁਹਾਡੇ ਕੋਲ? ਹਾਂ, ਉਹ ਮੋਬਾਈਲ ਤੇ ਸਾਡੇ ਕੋਲ ਆਇਆ ਸਨ। ਉਹ ਮੇਰੇ ਨਾਲ ਦੇ ਤਾਂ ਡਿੱਗ ਗਿਆ ਸੀ, ਮੇਰੇ ਕੋਲ ਆਪਣਾ ਆਇਆ ਸੀ। ਅੱਛਾ। ਤੇ ਉਹ ਨਾ ਇੱਕ ਘਰ ਜਿਹਾ ਬਣਿਆ ਤੇ ਉਹਦੇ ਨਾ ਬਾਹਰ ਇਹ ਜਿਸ ਤਰ੍ਹਾਂ ਛੇੜ ਨਹੀਂ ਨਿਕਲੇ ਹੁੰਦੇ, ਅੱਛਾ। ਛੇੜ ਟੈਪ ਸੀ। ਤੇ ਅਸੀਂ ਸਾਰੇ ਕੱਪੜੇ ਭਿੱਜ ਗਏ ਸਨ, ਬਾਰਿਸ਼ ਨਾਲ ਬਰਫ਼ ਪੈਣ ਦੀ ਤੇ ਕੰਬਣ ਦੇ ਅਸੀਂ ਸਰਦੀ। ਅਸੀਂ ਨਾ ਉਹ ਛੇੜ ਦੇ ਥੱਲੇ ਖਲੋ ਗਏ ਵੀ ਚਲੋ ਬਾਰਿਸ਼ ਉੱਤੇ ਤੇ ਨਾ ਪਏ। ਉੱਥੇ ਹੁਣ ਨਾ ਕਿਤੇ ਕੈਮਰਾ ਲੱਗਾ ਸੀ ਤੇ ਉਹ ਘਰ ਵਾਲੇ ਨੇ ਅੰਦਰੋਂ ਕੈਮਰੇ 'ਚ ਵੇਖਿਆ ਵੀ ਬਾਹਰ ਬਾਹਰ ਗਰੀਬ ਭਿੱਜਦੇ ਪਏ ਨੇ। ਉਹ ਨਾ ਸੂਰੀਅਨ ਕੋਈ ਫੈਮਿਲੀ ਰਹਿਣ ਦਈ ਸੀ। ਅੱਛਾ ਅੱਛਾ। ਹਾਂ, ਉਹਨਾਂ ਦਿਨਾਂ ਸੀਰੀਅਨ ਵੀ ਬੜੇ ਹੀ ਆਏ ਨੇ। ਹਾਂ ਪਤਾ ਜੰਗ ਦੀ ਵਜ੍ਹਾ ਤੋਂ ਤੁਰਕੀ ਨੇ ਪਨਾਹ ਦਿੱਤੀ ਉਹਨਾਂ ਨੂੰ। ਹਾਂ, ਉਹ ਅੱਛਾ। ਸੂਰੀਅਨ ਜਿਹੜੇ ਨਾ ਉਸ ਫੈਮਿਲੀ ਸੀ ਤੇ ਉਹਨੇ ਉਹ ਸਾਨੂੰ ਵੇਖ ਕੇ ਨਾ ਅੰਦਰੋਂ ਆਇਆ ਬਾਹਰ ਬੰਦਾ, ਤੇ ਉਹ ਵੇਖ ਕੇ ਨਾ ਉਹ ਆਂਦਾ ਤੁਸੀਂ ਮਤਲਬ ਉਹਨੇ ਨਾਂ ਲਿਆ ਇੰਡੀਅਨ। ਇੱਕ ਵਿੱਚ ਸਾਡੇ ਮੁੰਡਾ ਸੀ, ਉਹ ਡਿਪੋਰਟ ਹੋ ਗਿਆ ਸੀ, ਉਹਨੂੰ ਤੁਰਕਸ਼ ਆਉਂਦੀ ਸੀ ਥੋੜੀ ਬਹੁਤ। ਅੱਛਾ। ਉਹ ਨਾ ਉਹ ਪੁੱਛਦਾ ਪਿਆ ਕਿ ਤੁਸੀਂ ਇੰਡੀਅਨ ਜੇ, ਤੇ ਅਸੀਂ ਕਿਹਾ ਨਹੀਂ ਅਸੀਂ ਪਾਕਿਸਤਾਨੀ ਆ। ਉਹਨੇ ਬਾਰ-ਬਾਰ 2-3 ਦਫਾ ਪੁੱਛਿਆ, ਕਿਉਂਕਿ ਉਹ ਇੰਡੀਅਨ ਨੂੰ ਨਹੀਂ ਮੇਰੇ ਖਿਆਲ ਪਸੰਦ ਨਹੀਂ ਹਾਂ ਕਰਦੇ ਆ। ਹਾਂ। ਤੇ ਕਹਿੰਦਾ ਪਾਕਿਸਤਾਨੀ ਮੁਸਲਮਾਨ, ਅਸੀਂ ਕਿਹਾ ਹਾਂ। ਉਹ ਸਾਨੂੰ ਲੈ ਗਿਆ ਅੰਦਰ। ਅਸੀਂ ਹੁਣ ਆਪ ਹੈਰਾਨ ਵੀ ਇਹ ਕਿਉਂ, ਸਾਨੂੰ ਇੱਕ ਅਸੀਂ ਜਾਣ ਪਹਿਚਾਣ ਹੀ ਨਹੀਂ ਹੈ, ਕਿਵੇਂ ਲੈ ਗਿਆ। ਹਾਂ। ਬੜੀ ਹਿੰਮਤ ਵਾਲੀ ਗੱਲ ਹੈ। ਉਹ ਲੈ ਸਾਡੀ ਕੇ ਪਾਕ ਫੌਜ ਦੀ ਵਜ੍ਹਾ ਤੋਂ ਉਹਨੇ ਇਤਰਾਮ ਕੀਤਾ ਹੋਣਾ। ਹਾਂ, ਬਿਲਕੁਲ। ਪਾਕ ਫੌਜ ਜ਼ਿੰਦਾਬਾਦ। ਹਾਂਜੀ, ਅੱਛਾ। ਪਾਕ ਫੌਜ ਜ਼ਿੰਦਾਬਾਦ। ਉਹਨਾਂ ਕਿਹਾ ਆਪਣੇ ਸ਼ੂਜ਼ ਪਹਿਲੇ ਲਾਓ, ਮਤਲਬ ਉਹ ਮਿੱਟੀ ਦੇ ਨਾਲ ਸਾਰੇ ਭਰੇ ਸਨ, ਜ਼ਾਹਿਰ ਹੈ ਫਿਰ ਗੰਦਾ। ਕੱਪੜੇ ਵੀ ਭਿੱਜੇ, ਸ਼ੂਜ਼ ਵੀ। ਅੱਛਾ। ਉਹਨੇ ਨਾ ਸਭ ਤੋਂ ਪਹਿਲੇ ਅੰਦਰ ਉਹ ਪਤਾ ਹੈ ਤੁਰਕੀ ਦੇ ਵਿੱਚ ਉਹ ਵੱਡੇ ਉਹਨਾਂ ਰੱਖੇ ਨੇ, ਉਹ ਅੱਗ ਬਾਲਣ ਵਾਲੀਆਂ ਅੰਗੀਠੀਆਂ ਟੈਪ ਹਾਂ, ਜੇ, ਬਿਲਕੁਲ ਬਿਲਕੁਲ। ਉਹ ਉਹਨੇ ਲੱਕੜਾਂ ਸੁੱਟ ਕੇ ਨਾ ਚੰਗੀ ਅੱਗ ਬਾਲੀ। ਸਾਨੂੰ ਉਹਨੇ ਸਾਰਿਆਂ ਨੂੰ 5-7 ਨੂੰ ਕਹਿੰਦਾ ਇਹਦੇ ਸਾਈਡਾਂ ਤੇ ਖਲੋ ਜਾਓ, ਤੁਸੀਂ ਬਹਿ ਜਾਓ ਸੁੱਕ ਜਾਓਗੇ। ਹਾਂ ਤੇ ਖੁਸ਼ਕ ਹੋ ਜਾਓ। ਉਹ ਸਾਰੇ ਮਤਲਬ ਉਹਨੇ ਸਾਨੂੰ ਪਹਿਲਾਂ ਬਿਠਾਇਆ ਨਾਲ, ਉਹਨੇ ਆਪਣੀ ਬੀਵੀ ਨੂੰ ਕਿਹਾ ਕਾਹਵਾ ਬਣਾ। ਉਹਨਾਂ ਕਾਹਵਾ ਫੌਰਨ ਬਣਾ ਕੇ ਉਹ ਦਿੱਤਾ। ਉਹ ਸਾਡੇ ਕੱਪੜੇ ਖੁਸ਼ਕ ਹੁੰਦਿਆਂ ਉਹਨੂੰ ਮਤਲਬ ਨਾ ਕਾਹਵਾ ਵਗੈਰਾ ਅਸੀਂ ਪੀਤਾ। ਕਹਿੰਦਾ ਹੁਣ ਤਾਂ ਤੁਸੀਂ ਖੁਸ਼ਕ ਹੋ ਗਏ, ਹੁਣ ਪੈਰ ਪੂਰ ਧੋਵੋ, ਆਪਣਾ ਮੂੰਹ ਸ਼ੂ ਧੋਵੋ, ਜੇ ਨਹਾਉਣਾ ਨਹਾਓ ਤੇ ਬਵੋ। ਅੱਛਾ। ਆਹੋ ਜੀ, ਉਹ ਬੰਦਾ ਨਹੀਂ ਸਾਰੀ ਜ਼ਿੰਦਗੀ ਭੁੱਲਣਾ, ਓਏ ਹੋਏ ਹੋਏ। ਕਿਉਂਕਿ ਉਹ ਇੰਨਾ ਉਹਨੇ ਸਾਡੇ ਨਾਲ ਤਾਵਨ ਕੀਤਾ। ਤਾਵਨ ਕੀਤਾ ਬੜਾ। ਉਹਨੇ ਭੁੱਖ ਵੀ ਉਦੋਂ ਬਹੁਤ ਲੱਗੀ ਸੀ, ਤੇ ਫਿਰ ਸਾਡੇ ਉਹ ਕਹਿੰਦੇ ਨੇ ਕਿ ਸਾਡੇ ਤੋਂ ਵਾਧੂ ਖਾਣਾ ਰੱਖ ਦਿੱਤਾ ਸੀ। ਵਾਹ, ਕੀ ਤੇ ਬਾਤ। ਇੱਕ ਕਿਸਮ ਨਹੀਂ, ਕੋਈ 7 ਕਿਸਮਾਂ ਦੇ ਉਹਨਾਂ ਖਾਣੇ ਰੱਖੇ। ਮੁਸਲਮਾਨ ਸਮਝ ਕੇ ਉਹਨੇ ਹਾਂ ਮਹਿਮਾਨ ਨਵਾਜ਼ੀ ਕੀਤੀ ਨਾ ਹੂੰ ਦੀਨ ਨੂੰ। ਕਿਆ ਬਾਤ ਹੈ ਯਾਰ, ਸਲਾਮ ਹੈ ਉਸ ਸੂਰੀਅਨ ਨੂੰ ਯਾਰ। ਹੂੰ ਅੱਛਾ। ਉਹ ਨਾ ਅਸੀਂ ਖਾਣਾ ਸ਼ਾਨਾ ਖਾਧਾ, ਤੇ ਫਿਰ ਉਹਨੇ ਸਾਨੂੰ ਪੁੱਛਿਆ ਕਿ ਹਾਂ ਹੁਣ ਦੱਸੋ ਤੁਸੀਂ ਕਿੱਧਰ ਜਾਣਾ। ਜੇ ਤੇ ਤੁਹਾਡਾ ਕੋਈ ਮਤਲਬ ਹੈ ਵੀ ਅੱਗੇ ਤੇ ਠੀਕ ਹੈ, ਨਹੀਂ ਤੇ ਤੁਹਾਨੂੰ ਇੱਕ ਰਿਹਾਇਸ਼ ਦਿੰਦੇ ਆ, ਉੱਥੇ ਤੁਸੀਂ ਰਹੋ। ਅੱਜ ਰਾਤ ਗੁਜ਼ਾਰਨੀ ਰਾਤ ਗੁਜ਼ਾਰੋ, ਕੱਲ ਨੂੰ ਜੇ ਜਾਣਾ 2 ਦਿਨ 3 ਦਿਨ ਰਹਿਣਾ ਰਵੋ, ਤੇ ਫਿਰ ਜਿੱਥੇ ਜਾਣਾ ਹੈ ਟੁਰ ਜਿਓ। ਅੱਛਾ। ਹੁਣ ਅਸੀਂ ਉੱਥੇ ਰਹਿਣਾ ਤੇ ਨਹੀਂ ਸੀ ਨਾ। ਉਹਨੂੰ ਕਿਹਾ ਕਿ ਅਸੀਂ ਨਾ ਆਪਣੇ ਗੱਡੀਆਂ ਦਾ ਇੰਤਜ਼ਾਮ ਕਰਨੇ ਆ, ਜਿਸ ਤਰ੍ਹਾਂ ਗੱਡੀਆਂ ਆਉਣਗੀਆਂ ਅਸੀਂ ਨਿਕਲ ਜਾਵਾਂਗੇ। ਉਹ ਕਹਿੰਦਾ ਜੇ ਨਹੀਂ ਤੇ ਮੈਂ ਗੱਡੀ ਦਾ ਇੰਤਜ਼ਾਮ ਕਰ ਦਿੰਦਾ। ਅਸੀਂ ਕਿਹਾ ਨਹੀਂ ਸਾਡਾ ਹੈ ਵੇ। ਉਹ ਜਿਹੜੇ ਦੂਸਰੇ ਸਨ ਨਾ 5, ਉਹਨਾਂ ਵਿੱਚੋਂ 4 ਨੇ ਗੱਡੀ ਆਪਣੀ ਮੰਗਵਾ ਲਈ। ਅੱਛਾ। ਉਹ ਇੱਕ ਸਾਡੇ ਨਾਲ ਰਹਿ ਗਿਆ। ਅਸੀਂ ਉਹਨੂੰ ਕਿਹਾ ਤੂੰ ਨਾ ਚੱਲ ਸਾਡੇ ਨਾਲ ਟੁਰ ਜਾਂਦਾ, ਨਹੀਂ ਮੇਰਾ ਵੀ ਅੱਗੇ ਹੈ ਵੇ, ਤੇ ਮੈਂ ਮਤਲਬ ਆਪਣੀ ਗੱਡੀ ਮੰਗਵਾ ਲੈਣਾ। ਮੈਂ ਕਿਹਾ ਤੂੰ ਇਕੱਲੇ ਨੇ ਜੋ ਗੱਡੀ ਮੰਗਵਾਉਣੀ, ਤੇ ਅਸੀਂ ਵੀ ਨਾਲ ਮਿਲ ਕੇ ਤਿੰਨੋਂ ਜਣੇ ਰਲ ਕੇ ਪੈਸੇ ਦੇ ਦੇਵਾਂਗੇ। ਕਹਿੰਦਾ ਚਲੋ ਸਹੀ ਹੈ। ਮੈਂ ਨਾ ਮਤਲਬ ਉਹ ਕਹਿੰਦਾ ਮੈਂ ਮੰਗਵਾਉਣਾ, ਤੁਸੀਂ ਪੈਸੇ ਦੇ ਦਿਆ। ਮੈਂ ਚਲੋ ਸਹੀ ਹੈ। ਉਹ ਮੇਰਾ ਕਜ਼ਨ ਮੈਨੂੰ ਕਹਿੰਦਾ ਵੀ ਰਿਹਾ ਕਿ ਇੱਥੇ ਕਿਸੇ ਤੇ ਦਬਾਰ ਨਹੀਂ ਕਰਨਾ, ਇਹ ਲੋਕ ਲੈ ਜਾਂਦੇ ਨੇ ਇੰਝ ਤੇ ਆਪਣੀ ਰਿਹਾਇਸ਼ਾਂ ਵਿੱਚ ਖੜ ਕੇ ਤੇ ਉੱਥੇ ਅਗਵਾ ਕਰ ਲੈਂਦੇ ਨੇ। ਅੱਛਾ। ਸਾਡੇ ਪਾਕਿਸਤਾਨੀ
ਓਏ ਹੋਏ ਹੋਏ, ਉ- ਅੱਛਾ ਜੀ। ਉੱਥੇ ਹਾਂ ਅਫਗਾਨੀਆਂ ਨਾਲ ਮਿਲ ਕੇ ਤੇ ਉਹ ਮਤਲਬ ਨਾ ਉਹਨੂੰ ਕਹਿੰਦੇ ਸੇਫ ਲਾ ਲੈਂਦੇ ਨੇ। ਸੇਫ ਲੱਗ ਗਿਆ ਬਿਲਕੁਲ। ਉਹ ਨਾ ਫਿਰ ਮਤਲਬ ਮੈਂ ਕਿਹਾ ਨਹੀਂ ਕਿਸੇ ਦਾ ਇਤਬਾਰ ਵੀ ਹੁੰਦਾ ਯਕੀਨ ਵੀ ਹੁੰਦਾ ਤੇ ਸਾਡਾ ਪਾਕਿਸਤਾਨੀ ਇਹ ਤਾਂ ਅੱਛਾ ਬੰਦਾ ਲੱਗਦਾ। ਕਹਿੰਦਾ ਚਲੋ ਵੇਖ ਲਓ ਤੁਹਾਡੀ ਮਰਜ਼ੀ, ਵੈਸੇ ਮੈਂ ਨਹੀਂ ਇਸ ਚੀਜ਼ 'ਚ ਰਾਜ਼ੀ। ਮੈਂ ਕਿਹਾ ਤੂੰ ਟੈਨਸ਼ਨ ਨਾ ਲੈ, ਕੁਛ ਨਹੀਂ ਹੁੰਦਾ। ਉਹ ਜਦੋਂ ਰਾਤ ਨੂੰ ਨਾ 3 ਵਜੇ ਨੇ ਸਾਨੂੰ ਉਹਦੀ ਗੱਡੀ ਆਈ ਏ ਤੇ ਮੈਂ ਕਿਹਾ ਚਲੋ ਜੀ ਬਈਏ। ਉਹ ਬਹਿਣ ਲੱਗੇ ਤੇ ਉਹ ਗੱਡੀ ਵਾਲਾ ਕਹਿੰਦਾ ਕਿ ਤੂੰ ਇਕੱਲੇ ਨਹੀਂ ਆਉਣਾ, ਇਹਨਾਂ ਦੋ ਨੂੰ ਨਹੀਂ ਤੂੰ ਨਾਲ ਲਿਆਉਣਾ। ਅੱਛਾ। ਹੁਣ ਸਾਡਾ ਨਾ ਅੱਗੇ ਨਾ ਪਿੱਛੇ ਤੇ ਉਹ ਜਿਹੜਾ ਸੂਰੀਅਨ ਸੀ ਉਹ ਵੀ ਘਰੋਂ ਸਾਨੂੰ ਬਾਹਰ ਕੱਢ ਕੇ ਉਹਨੇ ਦਰਵਾਜ਼ਾ ਲਾ ਲਿਆ ਸੀ ਵੀ ਇਹ ਟੁਰ ਚੱਲੇ। ਹੁਣ ਉਹ ਜਦੋਂ ਉਹਨੇ ਇਹ ਗੱਲ ਕੀਤੀ ਤੇ ਮੇਰੇ ਤੇ ਆਪ ਛੱਟੇ ਟਾਟ ਹੋ ਗਏ ਬੱਲੇ 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 ਤੇ ਬੱਲੇ। ਮੈਂ ਨਾ ਹਨਾ ਪਿਆ ਨਾਲ ਦੇ ਨੂੰ ਕਿ ਹੁਣ ਕੀ ਕਰੀਏ। ਆਂਦਾ ਮੈਨੂੰ ਇਹ ਤੇ ਪਹਿਲਾਂ ਹੀ ਸ਼ੱਕ ਸੀ, ਐਵੇਂ ਅਸੀਂ ਇਹਦੇ ਇਤਬਾਰ ਕੀਤਾ ਤੇ ਤੂੰ ਇਹਨੂੰ ਜਾਣ ਦੇ, ਸਾਡਾ ਅੱਲਾ ਵਾਰਸ ਹੈ। ਉਹ ਫਿਰ ਮਤਲਬ ਉਹ ਟੁਰ ਗਿਆ। ਅਸੀਂ ਫਿਰ ਕਜ਼ਨ ਨੂੰ ਫੋਨ ਕੀਤਾ ਵੀ ਇੰਜ ਸਾਡਾ ਨਾਲ ਆਹ ਕੰਮ ਹੋਇਆ। ਅੱਛਾ। ਆਂਦਾ ਕੋਈ ਨਹੀਂ ਫਿਕਰ ਨਾ ਕਰੋ, ਮੈਂ ਗੱਡੀ ਭੇਜ ਦਿੰਦਾ, ਤੁਸੀਂ ਇੱਥੇ ਹੁਣ ਕਿਤੇ ਬਹੁਤ ਸਾਈਡ। ਅਸੀਂ ਫਿਰ ਉਹ ਸੂਰੀਅਨ ਦਾ ਦਰਵਾਜ਼ਾ ਖੜਕਾਇਆ। ਅੱਛਾ। ਹੁਣ ਉਹਨੇ ਫਿਰ ਸਾਨੂੰ ਅੰਦਰ ਮਤਲਬ ਇੱਕ ਲਹਿਦਾ ਰੂਮ ਦਿੱਤਾ, ਉੱਥੇ ਅਸੀਂ ਬੈਠੇ ਆ ਨਾਲ। ਫਿਰ ਸਾਨੂੰ ਰਾਤ ਨੂੰ ਖਾਣਾ ਫਿਰ ਦੇ ਗਿਆ। ਬੱਲੇ ਬੱਲੇ। ਉਹ ਹੁਣ ਸਾਨੂੰ ਅਸੀਂ ਕੀ ਲਓ ਖਾ ਜੀ ਲੈਣਾ ਸੀ। ਨਾਜ਼ਰੀਨ, ਕੀ ਕਵਾਂਗੇ, ਅੱਜ ਦੀ ਸਾਡੀ ਸਟੋਰੀ ਜਿਹੜੀ ਹੈ ਉਹ ਅਸੀਂ ਸੂਰੀਅਨ ਦੇ ਘਰ ਦੇ ਵਿੱਚ ਆਪਣੀ ਸਟੋਰੀ ਖਤਮ ਕਰਨੇ ਆ। ਦੁਬਾਰਾ ਖਾਣਾ ਵੀ ਮਿਲ ਗਿਆ ਇਨਸ਼ਾਅੱਲਾ। ਨੈਕਸਟ ਵੀਡੀਓ ਦੇ ਵਿੱਚ ਜਿਹੜਾ ਉਹ ਇਸ ਤੋਂ ਅੱਗੇ ਸ਼ੁਰੂ ਕਰਾਂਗੇ। ਕਮੈਂਟ ਦੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਹੈ। ਵੀਡੀਓ ਨੂੰ ਲਾਈਕ ਕਰਨਾ ਹੈ, ਹਰ ਬੰਦੇ ਨੇ ਲਾਈਕ ਕਰਨਾ ਹੈ, ਇੱਕ ਇੱਕ ਬੰਦੇ ਨੇ ਲਾਈਕ ਕਰਨਾ ਹੈ, ਇੱਕ ਇੱਕ ਬੰਦੇ ਨੇ ਕਮੈਂਟ ਕਰਕੇ ਦੱਸਣਾ ਹੈ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਵੇਖ ਰਹੇ ਹੋ, ਤਾਂ ਕਿ ਅਸੀਂ ਮਜ਼ੀਦ ਜਿਹੜਾ ਉਹ ਜਜ਼ਬੇ ਦੇ ਨਾਲ ਵੀਡੀਓ ਬਣਾਈਏ। ਤਾਂ ਸਨੀ ਬਾਈ ਤੁਹਾਡਾ ਬਹੁਤ ਸ਼ੁਕਰੀਆ। ਇਨਸ਼ਾਅੱਲਾ ਮਿਲਾਂਗੇ ਨਈ ਵੀਡੀਓ ਦੇ ਵਿੱਚ, ਕਿਉਂਕਿ ਹੁਣ ਸਾਨੂੰ ਭੁੱਖ ਲੱਗ ਗਈ ਹੈ, ਅਸੀਂ ਘਰ ਚੱਲੇ ਆ, ਜਾ ਕੇ ਰੋਟੀ ਪਕਾਵਾਂਗੇ। ਅੱਲਾ ਹਾਫਿਜ਼। ਰਾਤ ਦੇ ਤਕਰੀਬਨ ਮੈਂ ਤੁਹਾਨੂੰ ਅਗਰ ਵਿਖਾ ਸਕਦਾ ਵਾ ਤੇ ਵਿਖਾ ਦੇਣਾ ਵਾ, 3:30 ਦਾ ਟਾਈਮ ਹੋ ਗਿਆ ਜੀ। ਅੱਲਾ ਹਾਫਿਜ਼। ਅੱਲਾ ਹਾਫਿਜ਼ ਜੀ।